ਕੈਨੇਡਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿੱਥੇ ਕੈਨੇਡਾ ਦੇ ਹਾਈਵੇ 11 ਦੇ ਉੱਪਰ ਇੱਕ ਟਰੱਕ ਪਲਟਿਆ। ਟਰੱਕ ਪਲਟਣ ਦੇ ਕਾਰਨ ਇੱਕ ਪੰਜਾਬੀ ਨੌਜਵਾਨ ਡਰਾਈਵਰ ਦੀ ਮੌਤ ਹੋ ਗਈ ਹੈ। ਦਰਅਸਲ ਕੈਨੇਡਾ ਦੇ ਹਾਈਵੇ 11 ਦੇ ਉੱਪਰ ਇੱਕ ਟਰੱਕ ਹਾਦਸਾ ਵਾਪਰਿਆ। ਇਸ ਟਰੱਕ ਹਾਦਸੇ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਜਾਨ ਚਲੀ ਗਈ। ਜਿਸ ਨੌਜਵਾਨ ਦੀ ਮੌਤ ਹੋਈ ਹੈ, ਉਹ ਵਿਨੀਪੈਗ ਕੈਨੇਡਾ ਦਾ ਰਹਿਣ ਵਾਲਾ ਸੀ ਅਤੇ ਇਸ ਦਾ ਨਾਮ ਵੀ ਪੁਲਿਸ ਵੱਲੋਂ ਜਨਤਕ ਕੀਤਾ ਗਿਆ ਹੈ। ਇਸ ਦਾ ਨਾਮ ਗੁਰਸਿਮਰਤ ਸਿੰਘ ਸਿਮੂ ਸੀ। ਜੋ ਹੁਣ ਤੱਕ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ, ਉਸ ਦੇ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਏ ਟਰੱਕ ਦੇ ਵਿੱਚ ਲੋਡ ਸਹੀ ਢੰਗ ਦੇ ਨਾਲ ਨਹੀਂ ਰੱਖਿਆ ਹੋਇਆ ਸੀ। ਇਹੀ ਕਾਰਨ ਅਜੇ ਇਸ ਦਾ ਦੱਸਿਆ ਜਾ ਰਿਹਾ ਹੈ। ਇਸ ਦੇ ਕਾਰਨ ਟਰੱਕ ਹਾਈਵੇ ਤੇ ਪਲਟ ਗਿਆ ਅਤੇ ਇਸ ਨੌਜਵਾਨ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ। ਦੱਸ ਦਈਏ ਕਿ ਇਹ ਜੋ ਪੰਜਾਬੀ ਨੌਜਵਾਨ ਇਸ ਹਾਦਸੇ ਦੇ ਵਿੱਚ ਮਾਰਿਆ ਗਿਆ, ਉਹ 6-7 ਮਹੀਨੇ ਪਹਿਲਾਂ ਹੀ ਬ੍ਰੈਂਪਟਨ ਤੋਂ ਵਿਨੀਪੈਗ ਆਇਆ ਹੋਇਆ ਸੀ। ਇਸ ਨੌਜਵਾਨ ਟਰੱਕ ਡਰਾਈਵਰ ਦੀ ਇਸ ਦੁਖਦਾਈ ਮੌਤ ਤੋਂ ਬਾਅਦ ਪੂਰੇ ਪੰਜਾਬੀ ਭਾਈਚਾਰੇ ਦੇ ਵਿੱਚ ਰੋਸ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਅਮਰੀਕਾ ਅੰਦਰ ਅਚਾਨਕ ਹੀ ਮੌਸਮ ਵਿੱਚ ਬਦਲਾਅ ਆਇਆ। ਭਾਰੀ ਬਰਫ਼ਬਾਰੀ ਹੋਈ ਹੈ, ਜਿਸ ਦੇ ਕਾਰਨ ਕਈ ਉਡਾਨਾਂ ਪ੍ਰਭਾਵਿਤ ਹੋਈਆਂ ਅਤੇ ਹੋਰ ਵੀ ਕਈ ਚੀਜ਼ਾਂ ਦੇ ਉੱਪਰ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਕਈ ਜਗ੍ਹਾ ਦੇ ਉੱਪਰ ਤਾਂ ਅਜਿਹਾ ਹੋਇਆ ਹੈ ਕਿ ਰੋਡ ਪਾਥ ਸੰਪਰਕ ਵੀ ਟੁੱਟ ਗਿਆ। ਅਜਿਹਾ ਹੋਣ ਤੋਂ ਬਾਅਦ ਕਈ ਰਸਤਿਆਂ ਨੂੰ ਰੋਕ ਦਿੱਤਾ ਗਿਆ। ਕਈ ਜਗ੍ਹਾ ਦੇ ਉੱਪਰ ਤਾਂ ਪਾਵਰ ਕੱਟ ਵੀ ਕਰਨਾ ਪਿਆ, ਜਾਣੀ ਕਿ ਬਿਜਲੀ ਨੂੰ ਬੰਦ ਕਰਨਾ ਪਿਆ। ਇੰਨਾ ਹੀ ਨਹੀਂ, ਇਸ ਦੇ ਕਾਰਨ ਕਈ ਉਡਾਨਾਂ ਵੀ ਪ੍ਰਭਾਵਿਤ ਹੋਈਆਂ। ਸਿਰਫ ਡਲਾਸ 에ਅਰਪੋਰਟ ਤੋਂ ਹੀ 760 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ। ਇਸ ਮੌਸਮ ਦੇ ਕਰਕੇ ਟੈਕਸਸ ਦੇ ਵਿੱਚ ਜੋ ਹਾਲਾਤ ਬਣੇ ਹੋਏ ਹਨ, ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਖਰਾਬ ਮੌਸਮ ਨੂੰ ਦੇਖਦਿਆਂ ਐਮਰਜੈਂਸੀ ਸਥਿਤੀ ਜਾਣੀ ਕਿ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਅਤੇ ਸੂਬੇ ਨੂੰ ਮਦਦ ਕਰਨ ਦਾ ਵੀ ਆਦੇਸ਼ ਦੇ ਦਿੱਤਾ। ਰਾਸ਼ਟਰਪਤੀ ਦੇ ਆਰਡਰ ਤੋਂ ਬਾਅਦ ਇੱਥੇ ਡਿਜ਼ਾਸਟਰ ਰਿਲੀਫ ਵਰਕ ਦੇ ਵਿੱਚ ਸਹਾਇਤਾ ਦਾ ਕੰਮ ਸ਼ੁਰੂ ਕਰ ਦਿੱਤਾ। ਅਮਰੀਕਾ ਦੇ ਵੈਦਰ ਡਿਪਾਰਟਮੈਂਟ ਵੱਲੋਂ ਅਲਰਟ ਜਾਰੀ ਕੀਤੇ ਗਏ ਹਨ। ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੈਂਟਰਲ ਓਕਲਾਹੋਮਾ ਦੇ ਵਿੱਚ 8 ਤੋਂ 12 ਇੰਚ ਤੱਕ ਸਨੋ ਪੈ ਸਕਦੀ ਹੈ। ਟੈਕਸਸ ਅਤੇ ਹਾਇਓ ਦੇ ਵਿੱਚ 4 ਤੋਂ 8 ਇੰਚ ਬਰਫ਼ ਡਿੱਗਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਟੈਕਸਸ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਹ ਗੱਲ ਕਹੀ ਗਈ ਹੈ, ਉਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਇੱਥੇ ਘੱਟ ਤੋਂ ਘੱਟ ਇਲੈਕਟ੍ਰਿਸਿਟੀ ਜਾਣੀ ਕਿ ਬਿਜਲੀ ਦਾ ਇਸਤੇਮਾਲ ਕੀਤਾ ਜਾਵੇ। ਹਿਊਸਟਨ ਦੇ ਵਿੱਚ ਜੋ ਠੰਡ ਦੇ ਨਾਲ ਬਾਰਿਸ਼ ਹੋਈ ਹੈ, ਅਚਾਨਕ ਮੌਸਮ ਦੇ ਵਿੱਚ ਬਦਲਾਅ ਆ ਗਿਆ। ਇੱਥੇ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਅਗਲੇ ਦਿਨਾਂ ਦੇ ਵਿੱਚ ਬਰਫ਼ ਅਤੇ ਬਾਰਿਸ਼ ਦੋਵਾਂ ਦੀ ਹੀ ਸਥਿਤੀ ਬਣੀ ਰਹੇਗੀ। ਵੱਧਦੀ ਠੰਡ ਅਤੇ ਬਰਫ਼ਬਾਰੀ ਅਮਰੀਕਾ ਦੇ ਵੱਡੇ ਹਿੱਸਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ, ਜਿਸ ਦੇ ਕਰਕੇ ਲੋਕਾਂ ਦਾ ਜਨਜੀਵਨ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਯੂਐਸ ਬਾਰਡਰ ਰਾਹੀਂ ਕੈਨੇਡਾ ਆਉਣ ਵਾਲਿਆਂ ਦੇ ਉੱਪਰ ਅੱਜ ਤੋਂ ਨਵੇਂ ਨਿਯਮ ਲਾਗੂ ਹੋ ਗਏ ਹਨ। ਐਸੈਂਸ਼ੀਅਲ ਟਰੈਵਲ ਤੋਂ ਇਲਾਵਾ ਬਾਰਡਰ ਦੇ ਰਾਹੀਂ ਕੈਨੇਡਾ ਦਾਖਲ ਹੋਣ ਵਾਲਿਆਂ ਨੂੰ ਕੋਵਿਡ-19 ਪੀਸੀਆਰ ਟੈਸਟ ਦਿਖਾਉਣਾ ਪਵੇਗਾ। ਇਹ ਟੈਸਟ 72 ਘੰਟੇ ਵਿਚਕਾਰ ਹੋਣਾ ਚਾਹੀਦਾ ਹੈ ਜਾਂ ਫਿਰ ਆਉਣ ਵਾਲਿਆਂ ਨੂੰ 14 ਤੋਂ 90 ਦਿਨਾਂ ਦੇ ਵਿੱਚ ਆਉਣ ਤੋਂ ਪਹਿਲਾਂ ਪੋਜ਼ਿਟਿਵ ਟੈਸਟ ਰਿਜ਼ਲਟਸ ਦਾ ਪ੍ਰੂਫ ਦੇਣਾ ਪਵੇਗਾ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਓਟਵਾ ਤੋਂ 59 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਨਾਲ ਹੀ ਇੱਕ ਮੌਤ ਵੀ ਦਰਜ ਕੀਤੀ ਗਈ ਹੈ। ਟੋਰਾਂਟੋ ਦੇ ਮੇਅਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਟੋਰਾਂਟੋ ਨੂੰ ਗ੍ਰੇ ਜ਼ੋਨ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ, ਜਿੱਥੇ ਹੌਲੀ-ਹੌਲੀ ਕਰਕੇ ਛੋਟੇ ਬਿਜ਼ਨਸ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਕਿਊਬੈਕ ਵੱਲੋਂ ਅਗਲੇ 7 ਹਫ਼ਤਿਆਂ ਦੇ ਲਈ 7 ਲੱਖ ਕੋਵਿਡ-19 ਡੋਜ਼ ਦੀ ਉਮੀਦ ਕੀਤੀ ਜਾ ਰਹੀ ਹੈ। ਕਿਊਬੈਕ ਦੇ ਵਿੱਚ 24 ਘੰਟਿਆਂ ਦੌਰਾਨ 728 ਕੋਵਿਡ-19 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਨਾਲ ਹੀ ਦੱਸ ਦਈਏ ਕਿ ਇੱਥੇ ਕੋਵਿਡ-19 ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ 777 ਪੈਂਡੈਮਿਕ ਟਿਕਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਦੇ ਵਿੱਚ 280 ਕਰਫਿਊ ਵਾਇਓਲੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ। ਮੈਨੀਟੋਬਾ ਵੱਲੋਂ ਅੱਜ ਕੋਵਿਡ-19 ਦੀ ਕੋਈ ਵੀ ਡੀਟੇਲ ਜਾਰੀ ਨਹੀਂ ਕੀਤੀ ਗਈ। ਕੈਨੇਡਾ ਦੇ ਵਿੱਚ ਹੁਣ ਤੱਕ 8,27,000 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ। 21,309 ਦੇ ਕਰੀਬ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 7,70,000 ਉਹ ਮਰੀਜ਼ ਹਨ ਜਿਨ੍ਹਾਂ ਨੇ ਕੋਵਿਡ-19 ਨੂੰ ਮਾਤ ਦਿੱਤੀ, ਜਾਣੀ ਕਿ ਕੈਨੇਡਾ ਦੇ ਰਿਕਵਰਡ ਕੇਸ ਨੇ। ਓਨਟਾਰੀਓ ਸਰਕਾਰ ਨੇ ਕਿਹਾ ਹੈ ਕਿ ਕੋਵਿਡ-19 ਦੀ ਸਪਲਾਈ ਵਧਣ ਤੋਂ ਬਾਅਦ 80 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਪ੍ਰਾਇਓਰਿਟੀ ਦੇ ਆਧਾਰ ਦੇ ਉੱਪਰ ਕੋਵਿਡ-19 ਵੈਕਸੀਨ ਲਗਾਇਆ ਜਾਵੇਗਾ। ਓਨਟਾਰੀਓ ਸਰਕਾਰ ਵੱਲੋਂ ਆਪਣੀ ਅਗਲੀ ਪ੍ਰਾਇਓਰਿਟੀ ਲਿਸਟ ਜਾਰੀ ਕਰ ਦਿੱਤੀ ਗਈ ਹੈ, ਜਿਨ੍ਹਾਂ ਨੂੰ ਕੋਵਿਡ ਵੈਕਸੀਨ ਲਗਾਇਆ ਜਾਵੇਗਾ। ਤੁਹਾਨੂੰ ਦੱਸਦੇ ਹਾਂ ਕਿ ਓਨਟਾਰੀਓ ਦੇ ਵਿੱਚ ਕਿਹਨਾਂ ਨੂੰ ਇਸ ਸਮੇਂ ਮੌਜੂਦਾ ਕੋਵਿਡ-19 ਵੈਕਸੀਨ ਲਗਾਇਆ ਜਾ ਰਿਹਾ ਹੈ। ਸਟਾਫ ਅਤੇ ਐਸੈਂਸ਼ੀਅਲ ਕੇਅਰ ਗਿਵਰਸ ਜੋ ਕਿ ਲੌਂਗ ਟਰਮ ਕੇਅਰ ਹੋਮਸ ਜਾਂ ਫਿਰ ਹਾਈ ਰਿਸਕ ਰਿਟਾਇਰਮੈਂਟ ਹੋਮਸ ਦੇ ਵਿੱਚ ਕੰਮ ਕਰਦੇ ਹਨ। ਕੇਅਰ ਪੇਸ਼ੈਂਟਸ ਇਨ ਹਸਪੀਟਲਸ,
ਹਾਈਐਸਟ ਪ੍ਰਾਇੋਰਟੀ ਹੈਲਥ ਕੇਅਰ ਵਰਕਰਸ ਅਤੇ ਨਾਲ ਹੀ ਹਾਈ ਰਿਸਕ ਕਮਿਊਨਿਟੀਜ਼। ਅਤੇ ਹੁਣ ਜੋ ਓਨਟਾਰੀਓ ਸਰਕਾਰ ਵੱਲੋਂ ਨਵੀਂ ਪ੍ਰਾਇੋਰਟੀ ਲਿਸਟ ਜਾਰੀ ਕੀਤੀ ਗਈ ਹੈ, ਉਸ ਦੇ ਅਨੁਸਾਰ ਦੱਸਦੇ ਹਾਂ ਕਿ ਕਿਹਨਾਂ ਨੂੰ ਹੁਣ ਟੀਕਾ ਲਗਾਇਆ ਜਾਵੇਗਾ। 80 ਸਾਲ ਜਾਂ ਫਿਰ ਇਸ ਤੋਂ ਵੱਧ ਉਮਰ ਦੇ ਅਡਲਟਸ ਨੂੰ, ਸਟਾਫ, ਰੈਜ਼ੀਡੈਂਟਸ ਅਤੇ ਕੇਅਰ ਗਿਵਰਸ ਜੋ ਕਿ ਰਿਟਾਇਰਮੈਂਟ ਹੋਮਸ ਦੇ ਵਿੱਚ ਕੰਮ ਕਰਦੇ ਹਨ। ਉਸ ਤੋਂ ਬਾਅਦ ਇਸ ਲਿਸਟ ਦੇ ਵਿੱਚ ਹੈਲਥ ਕੇਅਰ ਵਰਕਰਸ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਹੈਲਥ ਮਿਨਿਸਟਰੀ ਗਾਈਡੈਂਸ ਵੱਲੋਂ ਹਾਈ ਪ੍ਰਾਇੋਰਟੀ ਲੈਵਲ ਦੇ ਵਿੱਚ ਰੱਖਿਆ ਗਿਆ। ਇਸ ਦੇ ਨਾਲ ਹੀ ਅਡਲਟ ਰਿਸੈਪਟਸ ਆਫ ਕ੍ਰੋਨਿਕ ਹੋਮ ਕੇਅਰ ਵਾਲਿਆਂ ਨੂੰ ਵੀ ਕੋਵਿਡ-19 ਵੈਕਸੀਨ ਹੁਣ ਪ੍ਰਾਇੋਰਟੀ ਲਿਸਟ ਦੇ ਆਧਾਰ ਦੇ ਉੱਪਰ ਲਗਾਇਆ ਜਾਵੇਗਾ। ਦੱਸ ਦਈਏ ਕਿ ਪਹਿਲੀ ਡੋਜ਼ ਹਾਈਐਸਟ ਪ੍ਰਾਇੋਰਟੀ ਗਰੁੱਪ ਨੂੰ ਲਗਾਉਣ ਤੋਂ ਬਾਅਦ ਹੁਣ ਪਹਿਲੀ ਡੋਜ਼ ਅਗਲੇ ਪ੍ਰਾਇੋਰਟੀ ਗਰੁੱਪ ਨੂੰ ਲਗਾਉਣ ਓਨਟਾਰੀਓ ਸਰਕਾਰ ਜਾ ਰਹੀ ਹੈ। ਇਸ ਦੇ ਬਾਰੇ ਉਹਨਾਂ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।